लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 531। ਹੁਣ ਤੱਕ 13 ਸ਼ਬਦ ਸੰਪੂਰਨ ਹੋਏ ਨੇ। ਦੇਵ ਗੰਧਾਰੀ ਪੰਜਵਾ, ਮਾਈ ਜੋ ਪ੍ਰਭ ਕੇ ਗੁਣ ਗਾਵੇ। ਸਫਲ ਆਇਆ ਜੀਵਨ ਸਫਲਤਾ ਕੋ, ਪਾਰ ਬ੍ਰਹਮ ਲਿਵ ਲਾਵੈ। ਹਾਂਜੀ। देव गंधारी पंजवा, माई जो प्रभ के गुण गावे। सफल आया जीवन फल ताको, पार ब्रह्म लिव लावे। रहाओ। देव गंधारी पंजवा, माई जो प्रभ के गुण गावे। सफल आया जीवन फलता को, पार ब्रह्म लिव लावे। रहाओ। रहाओ ਦੀ ਇਸ ਪੰਕਤੀ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਜੀ ਸੰਬੋਧਨ ਹੁੰਦੇ ਨੇ ਕਿ ਮਾਂ, ਐ ਮੇਰੀ ਮਾਂ, ਜੋ ਪ੍ਰਭੂ ਦੇ ਗੁਣ ਗਾਉਂਦਾ ਹੈ ਨਾ ਇਸ ਸੰਸਾਰ ਵਿੱਚ ਆ ਕੇ, ਉਹਨਾਂ ਦਾ ਆਉਣਾ ਸਫਲ ਹੈ। ਇਹ ਜੀਵਨ ਫਲ ਹੈ, ਜੀਵਨ ਇੱਕ ਮਨੋਰਥ ਹੈ, ਜੀਵਨ ਬਹੁਤ ਵੱਡਾ ਪਦਾਰਥ ਹੈ। ਮਹਾਰਾਜ ਕਹਿੰਦੇ ਸਫਲ ਆਇਆ ਜੀਵਨ ਫਲ ਤਾਂ ਕੋ, ਪਾਰ ਬ੍ਰਹਮ ਲਿਵ ਲਾਵੈ। ਜਿਹੜਾ ਉਸ ਪਾਰ ਬ੍ਰਹਮ ਨਾਲ, ਉਸ ਪ੍ਰਭੂ ਨਾਲ ਲਿਵ ਲਾ ਲੈਂਦਾ, ਧਿਆਨ ਜੋੜ ਲੈਂਦਾ, ਉਹਨਾਂ ਦਾ ਆਉਣਾ ਇਸ ਸੰਸਾਰ ਉੱਤੇ ਸਫਲ ਹੈ। ਉਹ ਆਪਣਾ ਜੀਵਨ ਸਫਲ ਕਰਕੇ ਜਾਂਦੇ ਨੇ। ਹਾਂਜੀ। सुंदर सुगड़ सूर सो बेता, सुंदर सुगड़ सूर सो बेता। जो साधु संग पावे। नाम उचार करे हर रसना, बहुड़ न जोनी तावे। सुंदर सुगड़ सूर सो बेता, जो साधु संग पावे। ਮਾਰੇ ਕਹਿੰਦੇ ਜੋ ਗੁਰੂ ਦਾ ਸੰਗ ਪ੍ਰਾਪਤ ਕਰ ਲੈਂਦੇ ਨੇ ਉਹ ਸੁੰਦਰ ਨੇ। ਜਿਹੜੇ ਸੰਗਤ ਵਿੱਚ ਆਉਂਦੇ ਨੇ ਸੋਹਣੇ ਨੇ। ਸਹੀ ਸੁੰਦਰ ਸੋਹਣੇ, ਸਾਧ ਸੰਗਤ ਜੇ ਬਹਿਣੇ। ਸੁਗੜ ਸਿਆਣੇ ਨੇ, ਸੂਰ ਬਹਾਦਰ ਸੂਰਮੇ। ਸੋ ਬੇਤਾ ਮਾਰੇ ਕਹਿੰਦੇ ਉਹ ਸਭ ਦੀ ਜਾਣਨ ਵਾਲੇ ਨੇ, ਹਰ ਚੀਜ਼ ਨੂੰ ਜਾਣਕਾਰੀ ਰੱਖਣ ਵਾਲੇ ਨੇ, ਗਿਆਨਵਾਨ ਲੋਕ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਸੰਗ ਪ੍ਰਾਪਤ ਕਰ ਲੈਂਦੇ ਨੇ। ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨਾ ਜੋਨੀ ਧਾਵੈ। ਜਿਹੜੇ ਇਸ ਰਸਨਾ ਨਾਲ ਉਸ ਪਰਮਾਤਮਾ ਨਾਮ ਨੂੰ ਉਚਾਰ ਕਰਦੇ ਨੇ, ਸਿਮਰਦੇ ਨੇ, ਆਰਾਧਦੇ ਨੇ। ਮਹਾਰਾਜ ਕਹਿੰਦੇ ਭਾਈ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਆਉਂਦੇ, ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ। ਹਾਂਜੀ। पूरन ब्रह्म रव्या मन तन में, आन न दृष्टि आवे। नरक रोग नहीं होवत जन संग, नानक जिस लड़ लावे। पूरन ब्रह्म रव्या मन तन में, आन दृष्टि आवे। ਕਹਿੰਦੇ ਉਹਨਾਂ ਨੂੰ ਹੋਰ ਕੁਝ ਦ੍ਰਿਸ਼ਟੀ 'ਚ ਨਹੀਂ ਆਉਂਦਾ,
ਉਹਨਾਂ ਦੀ ਨਜ਼ਰ ਥੱਲੇ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਅੰਦਰ ਉਹ ਬ੍ਰਹਮ ਪਰਮਾਤਮਾ ਉਹਦੀ ਜੋਤ ਜਿਹੜੀ ਪ੍ਰਗਟ ਹੋਈ ਹੁੰਦੀ ਹੈ। ਬ੍ਰਹਮ ਅਗਨੀ ਜਿਹੜੀ ਉਹਨਾਂ ਅੰਦਰ ਬਲਦੀ ਹੈ ਲਟ ਲਟ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਦੋਂ ਇਸ ਅਵਸਥਾ 'ਚ ਉਹ ਜਿਉਂਦੇ ਨੇ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਤਨ ਮਨ ਅੰਦਰ ਭਾਵ ਗਿਆਨਵਾਨ ਹੋ ਕੇ ਸੰਸਾਰ 'ਚ ਜਿਉਂਦੇ ਨੇ, ਉਹਨਾਂ ਨੂੰ ਫਿਰ ਹੋਰ ਪਖੰਡ ਨਜ਼ਰ ਥੱਲੇ ਨਹੀਂ ਆਉਂਦੇ। ਨਾਨਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੈ, ਨਰਕ ਘੋਰ ਨਹੀਂ ਹੋਵਤ ਜਨ ਸੰਗ। ਜਿਹੜੇ ਤੇਰੇ ਪਿਆਰੇ ਨੇ ਉਹਨਾਂ ਦਾ ਸੰਗ ਕਰਕੇ ਇਹ ਘੋਰ ਨਰਕਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਨਾਨਕ ਜਿਸ ਲੜ ਲਾਵੈ, ਤੇ ਪੰਚਮ ਪਾਤਸ਼ਾਹ ਮਹਾਰਾਜ ਨੇ ਜਿਸ ਤੇ ਉਹ ਆਪ ਕਿਰਪਾ ਕਰਕੇ ਜਿਹਨੂੰ ਆਪਣੇ ਲੜ ਲਾ ਲੈਂਦਾ, ਉਹ ਫਿਰ ਨਰਕਾਂ ਦਾ ਸਾਹਮਣਾ ਨਹੀਂ ਕਰਦੇ। ਹਾਂਜੀ। ਦੇਵ ਗੰਧਾਰੀ ਦੇਵ ਗੰਧਾਰੀ ਦੇਵ ਗੰਧਾਰੀ ਪੰਜਵਾ, ਚਾਂਚਲ ਸੁਪਨੇ ਹੀ ਉਰਜਾਇਓ, इतनी ना बूझे कब हूँ चलना, बिकल पयो संग मायो, रहाओ। देव गंधारी पंजवा, चंचल सुपने ही उरझायो, इतनी ना बूझे कब हूँ चलना, बिकल पयो संग मायो, रहाओ। रहाओ ਦੀ ਇਸ ਪੰਕਤੀ 'ਚ ਮਹਾਰਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਦੇਵ ਗੰਧਾਰੀ ਵਿੱਚ ਸ਼ਬਦ ਆਰੰਭ ਕਰਦੇ ਨੇ। ਮਨ ਨੂੰ ਸੰਬੋਧਨ, ਇਹ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਨੇ। ਚੰਚਲ, ਕਿਉਂਕਿ ਮਨ ਚੰਚਲ ਹੈ, ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦਾ। ਚੰਚਲ ਸੁਪਨੇ ਹੀ ਉਰਝਾਏ। ਇਹ ਸੰਸਾਰ ਇੱਕ ਸੁਪਨੇ ਵਾਂਗੂ ਹੈ, ਕਹਿੰਦੇ ਇਹ ਸੁਪਨੇ 'ਚ ਹੀ ਉਲਝ ਕੇ ਰਹਿ ਗਿਆ। ਬਸ ਇਹਨੂੰ ਸੱਚ ਮੰਨੀ ਬੈਠਾ ਕਿ ਸੱਚ ਹੈ ਕਿ ਠੀਕ ਹੈ, ਇਹ ਝੂਠ ਹੈ ਕਿ ਸੱਚ ਹੈ। ਕਹਿੰਦੇ ਇਸੇ ਜਿਵੇਂ ਸੁਪਨੇ ਜਦੋਂ ਆਉਂਦਾ ਨਾ ਸਾਨੂੰ, ਉਦੋਂ ਸਾਨੂੰ ਸੱਚ ਲੱਗਦਾ ਹੈ। ਜਦੋਂ ਸਾਡੀ ਜਾਗ ਖੁੱਲ੍ਹਦੀ ਹੈ ਫਿਰ ਸੋਚਦੇ ਹਾਂ ਵੀ ਨਹੀਂ ਇਹ ਤਾਂ ਝੂਠ ਸੀ। ਇਸ ਤਰ੍ਹਾਂ ਹੀ ਇਹ ਸੰਸਾਰ ਇੱਕ ਸੁਪਨੇ, ਜੋ ਸੰਸਾਰ ਜਿਹੜਾ ਹੈ ਨਾ, ਇਹ ਸੁਪਨੇ ਵਿੱਚ ਉਲਝ ਕੇ ਰਹਿ ਗਿਆ ਕਿ ਇਹ ਸੱਚ ਵੀ ਹੈ ਕਿ ਨਹੀਂ ਹੈ। ਸਾਰੀ ਉਮਰ ਉਲਝੇ ਰਿਹਾ। ਕਹਿੰਦੇ ਦੇਖੋ, ਆਪਾਂ ਨੂੰ ਲੱਗਦਾ ਜਿਹੜਾ ਲੰਘ ਚੁੱਕਿਆ ਸਮਾਂ ਹੈ ਨਾ ਆਪਣਾ, ਕਦੇ ਕਦੇ ਆਪਾਂ ਨੂੰ ਲੱਗਦਾ ਨਾ ਜਿਵੇਂ ਸੁਪਨਾ ਜਿਹਾ ਆਇਆ ਹੁੰਦਾ ਜੇ ਕੱਲ੍ਹ ਅਸੀਂ ਛੋਟੇ ਛੋਟੇ ਸੀ, ਕੱਲ੍ਹ ਅਜੇ ਅਸੀਂ ਬੱਚੇ ਸੀ, ਕੱਲ੍ਹ ਪੜ੍ਹਨ ਜਾਂਦੇ ਸੀ, ਕਾਲਜ ਜਾਂਦੇ ਸੀ। ਕਹਿੰਦੇ ਇੰਝ ਲੱਗਿਆ ਜਿਵੇਂ ਸੁਪਨਾ ਜਿਹਾ ਆਇਆ ਹੁੰਦਾ। ਪਰ ਵੇਖੋ ਇਹ ਸੁਪਨੇ ਵਿੱਚ ਉਲਝ ਕੇ ਰਹਿ ਗਿਆ, ਆਪਣੇ ਮਾਰਗ ਵੱਲ ਨਾ ਤੁਰਿਆ। ਇਤਨੀ ਨਾ ਬੂਝੈ ਕਬਹੂ ਚਲਣਾ, ਬਿਕਲ ਭਇਓ ਸੰਗ ਮਾਇਓ। ਕਹਿੰਦੇ ਇੰਨੀ ਗੱਲ ਨਹੀਂ ਸਮਝ ਰਿਹਾ ਕਿ ਕਦੋਂ ਵੀ ਚੱਲਣਾ ਪੈ ਸਕਦਾ ਹੈ, ਇਹ ਸੰਸਾਰ ਨੂੰ ਕਦੋਂ ਵੀ ਛੱਡਣਾ ਪੈ ਸਕਦਾ ਹੈ। ਪਰ ਫਿਰ ਵੀ ਇਸ ਮਾਇਆ ਵਿੱਚ ਵਿਆਕਲ ਹੋਇਆ ਹੈ, ਉਲਝ ਕੇ ਰਹਿ ਗਿਆ, ਇਸ ਮਾਇਆ ਵਿੱਚ ਪਾਗਲ ਹੋਇਆ ਪਿਆ। ਕਹਿੰਦੇ ਵੇਖੋ, ਮਰਨਾ ਭੁੱਲ ਗਿਆ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਇਸ ਕਰਕੇ ਵਿਆਕਲ ਹੋ ਕੇ ਰਹਿ ਗਿਆ ਇਹਦੇ ਵਿੱਚ। ਹਾਂਜੀ। ਕੁਸਮ ਰੰਗ ਸੰਗ ਰਸ ਰਚਿਆ, ਕੁਸਮ ਰੰਗ ਸੰਗ ਰਸ ਰਚਿਆ, ਵੇਖਿਆ ਏਕ ਉਪਾਇਓ, ਵੇਖਿਆ ਏਕ ਉਪਾਇਓ, ਲੋਭ ਸੁਨੈ ਮਨ ਸੁਖ ਕਰ ਮਾਨੈ, ਲੋਭ ਸੁਣੈ ਮਨ ਕਰ ਮਾਨੈ, ਬੇਗ ਤਹਾਂ ਉਠ ਧਾਇਓ, ਕੁਸਮ ਰੰਗ ਸੰਗ ਰਸ ਰਚਿਆ, ਵਿਖਿਆ ਏਕ ਉਪਾਇਓ। ਤੇ ਮਾਰੇ ਕਹਿੰਦੇ ਕੁਸਮ ਫੁੱਲ, ਜਿਵੇਂ ਫੁੱਲ ਸਵੇਰੇ ਖਿੜਦਾ ਹੈ ਸ਼ਾਮ ਨੂੰ ਮੁਰਝਾ ਜਾਂਦਾ ਹੈ, ਇਹ ਦੁਨੀਆ ਦੇ ਪਦਾਰਥ ਇੱਕ ਫੁੱਲਾਂ ਦੀ ਨਿਆਈ ਨੇ। ਅੱਜ ਹੈਗੇ ਕੱਲ੍ਹ ਨੂੰ ਨਹੀਂ ਹੋਣਗੇ, ਕੋਈ ਨਹੀਂ ਪਤਾ ਲੱਗਦਾ। ਦਿਨ ਚੜ੍ਹਦਾ ਹੈ ਸ਼ਾਮ ਨੂੰ ਕੀ ਹੋ ਜਾਏ। ਕੁਸਮ ਰੰਗ ਸੰਗ ਰਸ ਰਚਿਆ, ਕਹਿੰਦੇ ਕੁਸਮ ਰਸ ਇਸ ਥੋੜ੍ਹੇ ਸਮੇਂ ਦੇ ਰਸਾਂ ਵਿੱਚ ਰਚਿਆ ਹੋਇਆ ਹੈ। ਵਿਖਿਆ ਏਕ ਪਾਇਓ, ਤੇ ਮਹਾਰਾਜ ਸਿਰਫ ਤੇ ਸਿਰਫ ਜ਼ਹਿਰ ਦੇ ਸਵਾਦ ਵਿੱਚ ਉਲਝ ਕੇ ਰਹਿ ਗਿਆ।
ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਗਤ ਕੀ ਵਿਦ ਨੈਣੋ ਡੀਠੀ। ਕਹਿੰਦੇ ਵੇਖੋ ਇਸ ਮਾਇਆ ਨੂੰ ਇਕੱਠੀ ਕਰਨ ਵਾਸਤੇ, ਇਸ ਪਦਾਰਥਾਂ ਨੂੰ ਇਕੱਠਿਆ ਕਰਨ ਵਾਸਤੇ ਇਹ ਜਿਹੜੀ ਚੀਜ਼ਾਂ ਨਜ਼ਰ ਆਉਂਦੀਆਂ ਨੇ, ਇਧਰ ਨੂੰ ਵਿਆਕਲ ਹੋਇਆ ਹੋਇਆ। ਲੋਭ ਸੁਨੈ ਮਨ ਸੁਨ ਕਰ ਮਾਨੈ ਵੇਗ ਤਹਾਂ ਉਠ ਧਾਇਓ। ਲੋਭ ਸੁਨੈ ਮਨ ਸੁਖ ਕਰ ਮਾਨੈ। ਲੋਭ ਦੀ ਗੱਲ ਸੁਣਦਾ ਮਨ ਨੂੰ ਬੜਾ ਸੁਖ ਹੁੰਦਾ ਕਿ ਆਹ ਚੀਜ਼ ਦਾ ਮੈਨੂੰ ਉੱਥੇ ਫਾਇਦਾ ਹੋ ਜਾਏਗਾ, ਉੱਥੇ ਚਲੋ ਜੀ, ਮਿਹਨਤ ਨਹੀਂ ਕਰਨੀ ਪੈਣੀ, ਬਾਜੀ ਬਸ ਮੱਥੇ 'ਤੇ ਹੱਥ ਧਰ ਦੇਣਾ, ਤੁਹਾਡਾ ਪਾਰ ਉਤਾਰਾ ਹੋ ਜਾਣਾ। ਉੱਥੋਂ 4 ਲਾਚੀਆਂ ਲੈ ਆਈਏ, ਸਾਡੇ ਘਰ 'ਚ ਖੁਸ਼ੀ ਹੋ ਜਾਏਗੀ। ਉੱਥੋਂ ਜਲ ਦੀ ਬੋਤਲ ਲੈ ਆਈਏ, ਘਰੇ ਛਿੜਕ ਦਿਓ, ਬਾਕੀ ਠੀਕ ਹੈ, ਜੋ ਜਿਵੇਂ ਮਰਜ਼ੀ ਕਰੀ ਜਾਓ, ਠੀਕ ਠਾਕ ਹੈ। ਬੜੇ ਛੇਤੀ ਭੱਜਦੇ ਆ ਉੱਧਰ ਨੂੰ ਵੀ 5 ਚੌਂਕੀਆਂ ਉੱਥੇ ਭਰ ਆਓ, ਬਾਜੀ ਫਿਰ ਤੇ ਟਰੇਲਾਂ ਫੇਲਾਂ ਨੇ। ਅਸੀਂ ਫਿਰ ਹਰ ਵੀਰਵਾਰ ਨੂੰ ਚੇਤੇ ਰੱਖਦੇ ਹਾਂ, ਸਾਡੇ ਚਾਹੇ ਚੇਤੇ ਰਵੇ ਚਾਹੇ ਨਾ ਰਵੇ, ਪਰ ਜੋ ਗੁਰੂ ਨੇ ਆਖਿਆ ਸਾਨੂੰ ਚੇਤੇ ਨਹੀਂ ਰਹਿੰਦਾ, ਉਹ ਅਸੀਂ ਭੁੱਲ ਜਾਂਦੇ ਹਾਂ। ਜਿੱਥੇ ਲੋਭ ਦੀ ਗੱਲ ਹੈ, ਲਾਲਚ ਦੀ ਗੱਲ ਹੈ ਵੀ ਆਹ ਚੀਜ਼ ਕਰਨ ਨਾਲ ਆਹ ਚੀਜ਼ ਮੈਨੂੰ ਮਿਲ ਜਾਏਗੀ, ਉੱਥੇ ਭੱਜਦੇ ਹਾਂ ਅਸੀਂ, ਕਿਉਂਕਿ ਇਹ ਸੁਭਾਅ ਸਾਡਾ ਬਚਪਨ ਤੋਂ। ਆਪਾਂ ਬਚਪਨ 'ਚ ਵੇਖਦੇ ਹਾਂ ਕਿ ਬੱਚਿਆਂ ਨੂੰ ਮਾਵਾਂ ਭੇਜਦੀਆਂ ਨੇ ਸਕੂਲ ਟੌਫੀ ਦੇਖ ਕੇ, ਉੱਥੇ ਟੀਚਰ ਟੌਫੀਆਂ ਦਿੰਦੇ ਨੇ, ਉੱਥੇ ਖਾਣ ਵਾਲੀਆਂ ਚੀਜ਼ਾਂ ਦਿੰਦੇ ਨੇ, ਬੱਚੇ ਲਾਲਚ ਨਾਲ ਜਾਂਦੇ ਨੇ। ਇਸੇ ਤਰ੍ਹਾਂ ਹੀ ਇਹ ਮਨ ਜਦੋਂ ਲਾਲਚ ਵਾਲੇ ਪਾਸੇ ਨੂੰ ਤੁਰ ਕੇ ਜਾਂਦਾ ਹੈ, ਭੱਜਦਾ ਉੱਧਰ ਨੂੰ। ਲੋਭ ਸੁਣੈ ਮਨ ਸੋ ਕਰ ਮਾਨੈ ਵੇਗ ਤਹਾਂ ਉਠ ਧਾਇਓ। ਕਹਿੰਦੇ ਉੱਧਰ ਨੂੰ ਜਲਦੀ ਭੱਜਦਾ, ਦੌੜਦਾ, ਲੋਭ ਦੇ ਅਧੀਨ ਹੋਇਆ, ਲਾਲਚ ਦੇ ਅਧੀਨ ਹੋਇਆ, ਇਹਨੂੰ ਸੱਚ ਤੇ ਝੂਠ ਦੀ ਪਹਿਚਾਨ ਹੀ ਨਹੀਂ ਰਹਿੰਦੀ। ਹਾਂਜੀ। ਫਿਰਤ ਫਿਰਤ ਬਹੁਤ ਸ਼ਰਮ ਪਾਇਓ, ਸੰਤ ਦੁਆਰ ਆਇਓ, ਕਰੀ ਕਿਰਪਾ ਪਾਰ ਬ੍ਰਹਮ ਸੁਆਮੀ, ਨਾਨਕ ਲਿਓ ਸਮਾਇਓ। ਫਿਰਤ ਫਿਰਤ ਬਹੁਤ ਸ਼ਰਮ ਪਾਇਓ, ਸੰਤ ਦੁਆਰ ਆਇਓ। ਕਹਿੰਦੇ ਇਸ ਤਰ੍ਹਾਂ ਫਿਰ ਮੈਂ ਲੋਭ ਦੇ ਅਧੀਨ, ਲਾਲਚ ਦੇ ਅਧੀਨ ਹੋ ਕੇ ਥਾਂ ਥਾਂ 'ਤੇ ਫਿਰਦਾ ਰਿਹਾ, ਬੜੀ ਮਿਹਨਤ ਕੀਤੀ, ਬੜਾ ਕੁਝ ਕੀਤਾ, ਅਖੀਰ ਨੂੰ ਫਿਰ ਗੁਰੂ ਦੇ ਦਰ 'ਤੇ ਆ ਗਿਆ। ਕਰੀ ਕਿਰਪਾ ਪਾਰ ਬ੍ਰਹਮ ਸੁਆਮੀ, ਨਾਨਕ ਲਿਓ ਸਮਾਇਓ। ਉਸ ਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ ਤੇ ਮਾਰੇ ਕਹਿੰਦੇ ਆਪਣੇ ਵਿੱਚ ਹੀ ਸਮਾ ਲਿਆ, ਆਪਣੇ ਨਾਲ ਹੀ ਆਪਣੇ ਵਰਗਾ ਹੀ ਕਰ ਲਿਆ, ਆਪਣੇ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹਾਂਜੀ। ਦੇਵ ਗੰਧਾਰੀ ਪੰਜਵਾ, ਸਰਬ ਸੁਖਾਂ ਗੁਰ ਚਰਨਾ, ਤਲ ਮਲ ਡਾਰਨ ਮਨ ਹੈ ਸਧਾਰਨ, ਇਹ ਆਸਰ ਮੋਹਿ ਕਰਨਾ ਤਰਨਾ, ਰਹਾਓ। ਦੇਵ ਗੰਧਾਰੀ ਪੰਜਵਾ, ਸਰਬ ਸੁਖਾ ਗੁਰ ਚਰਨਾ। ਮਹਾਰਾਜ ਨੇ ਗੱਲ ਕੀਤੀ ਆਰੰਭ ਕਿ ਸਾਰੇ ਸੁੱਖ ਨੇ ਨਾ ਜਿਹੜੇ ਜਿਹਦੇ ਵਿੱਚ ਸਮਾਏ ਹੋਏ, ਉਹ ਨੇ ਗੁਰੂ ਦੇ ਚਰਨ, ਭਾਵ ਗੁਰੂ ਦਾ ਮਾਰਗ। ਗੁਰੂ ਦੇ ਮਾਰਗ ਵਿੱਚ ਚੱਲਦਿਆਂ, ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਦੋਂ ਅਸੀਂ ਗੁਰੂ ਦੇ ਮਾਰਗ ਤੇ ਚੱਲਦੇ ਹਾਂ, ਮੈਂ ਕਹਿੰਦਾ ਸਾਰੇ ਹੀ ਸੁੱਖ ਸਮਾ ਗਏ ਉਹਦੇ ਵਿੱਚ। ਕਲ ਮਿਲ ਡਾਰਨ ਮਨੈ ਸਧਾਰਨ, ਇਹ ਆਸਰ ਮੋਹਿ ਤਰਨਾ। ਕਿਉਂਕਿ ਗੁਰੂ ਦੇ ਜਿਹੜੇ ਚਰਨ ਨੇ, ਗੁਰੂ ਦਾ ਮਾਰਗ ਜੋ ਹੈ, ਉਹ ਸਾਡੇ ਅੰਦਰਲੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ, ਮਨ ਨੂੰ ਆਸਰਾ ਦੇਣ ਵਾਲਾ ਹੈ। ਤੇ ਪਾਤਸ਼ਾਹ ਕਹਿੰਦੇ ਇਹ ਆਸਰ ਮੋਹਿ ਤਰਨਾ, ਇਹਨਾਂ ਦੇ ਆਸਰੇ ਤੇ ਹੀ ਮੈਂ ਇਸ ਸੰਸਾਰ ਸਾਗਰ ਨੂੰ ਤਰ ਜਾਣਾ ਹੈ। ਹਾਂਜੀ। ਪੂਜਾ ਅਰਚਾ ਸੇਵਾ ਬੰਦਨ, ਪੂਜਾ ਅਰਚਾ ਸੇਵਾ ਬੰਦਨ, ਇਹ ਟਹਿਲ ਮੋਹਿ ਕਰਨਾ, ਇਹ ਟਹਿਲ ਮੋਹਿ ਕਰਨਾ।
ਬਿਗਸੈ ਮਨ ਹੋਵੇ ਪਰਗਾਸਾ ਸੈ ਮਨ ਹੋਵੇ ਪ੍ਰਗਾਸਾ ਬਾਹਰ ਨ ਗਰਬੈ ਪਰਨਾ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਏ ਕਰਨਾ। ਮਗਰ ਪੂਜਾ ਅਰਚਾ ਕਰਨੀ ਭਾਵ ਚੰਦਨ ਦਾ ਛਿੜਕਾਅ ਆਦਿ ਕਰਨਾ, ਦੀਵਾ ਲਾਉਣਾ, ਬੱਤੀ ਕਰਨੀ, ਪ੍ਰਮਾਤਮਾ ਦਾ ਸਿਮਰਨ ਹੀ ਸਾਡੇ ਲਈ ਸਾਰਾ ਕੁਝ ਹੈ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਏ ਕਰਨਾ। ਅਰਚਾ ਉਸਤ ਨਮਸਕਾਰ, ਉਸ ਮਾਲਕ ਦੀ ਵਡਿਆਈ, ਇਹ ਸਾਡੀ ਪੂਜਾ ਅਰਚਾ ਹੈ। ਉਸ ਮਾਲਕ ਦੀ ਵਡਿਆਈ ਕਰਨੀ ਇਹ ਸਾਡੀ ਪੂਜਾ ਅਰਚਾ ਹੈ। ਇਹ ਸਾਡਾ ਸਹੀ ਮਾਇਨਿਆਂ ਵਿੱਚ ਸੁਗੰਧੀਆਂ ਛਿੜਕਣਾ ਹੈ। ਇਹ ਟਹਿਲ ਮੋਏ ਕਰਨਾ, ਇਹ ਸੇਵਾ ਮੈਂ ਕਰਨੀ ਹੈ। ਵਿਗਸੈ ਮਨ ਹੋਵੇ ਪ੍ਰਗਾਸਾ, ਜਿਹਦੇ ਨਾਲ ਮੇਰਾ ਮਨ ਵਿਕਸਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ। ਉਸ ਪਰਮਾਤਮਾ ਦੇ ਗੁਣਾਂ ਦੀ ਵਡਿਆਈ ਉਸਤਤ ਕਰਦਿਆਂ ਹੋਇਆਂ, ਵਡਿਆਈ ਕਰਦਿਆਂ ਹੋਇਆਂ ਜਦੋਂ ਮਨ ਵਿਕਸਦਾ, ਵਿਗਸੈ ਮਨ ਹੋਵੇ ਪ੍ਰਗਾਸਾ, ਕਿ ਮਨ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਸੱਚ ਕੀ ਹੈ, ਝੂਠ ਕੀ ਹੈ, ਜ਼ਿੰਦਗੀ ਦਾ ਮਨੋਰਥ ਕੀ ਹੈ, ਕਿਉਂ ਆਏ ਹਾਂ, ਕਾਹਦੇ ਵਾਸਤੇ ਆਏ ਹਾਂ, ਇਹ ਚੀਜ਼ ਦਾ ਜਦੋਂ ਅੰਦਰ ਪ੍ਰਕਾਸ਼ ਹੋਇਆ, ਸਮਝੇ ਹੋਰ ਕੋਈ ਇਹ ਨਹੀਂ ਕਿ ਅੰਦਰ ਕੋਈ ਲਾਈਟ ਬਲ ਪੈਂਦੀ ਹੈ। ਪ੍ਰਕਾਸ਼ ਤੋਂ ਭਾਵ ਹੈ ਨੌਲੇਜ, ਗਿਆਨ ਹੋ ਜਾਣਾ। ਬਹੁਰ ਨਾ ਗਰਬੈ ਪਰਨਾ, ਤੇ ਮਰ ਕੇ ਮੁੜ ਕੇ ਫਿਰ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ, ਮਾਤਾ ਦੇ ਪੇਟ ਵਿੱਚ ਨਹੀਂ ਆਉਂਦਾ। ਹਾਂਜੀ। ਸਫਲ ਮੂਰਤ ਪਰਸੋਂ ਸੰਤਨ ਕੀ, ਸਫਲ ਮੂਰਤ ਪਰਸੋਂ ਸੰਤਨ ਕੀ, ਇਹ ਧਿਆਨਾ ਧਰਨਾ, ਧਿਆਨਾ ਧਰਨਾ। ਭਇਓ ਕਿਰਪਾਲ ਠਾਕੁਰ ਨਾਨਕ ਕੋ, ਭਇਓ ਕਿਰਪਾਲ ਠਾਕੁਰ ਨਾਨਕ ਕੋ, ਪਰਿਓ ਸਾਧ ਕੀ ਸ਼ਰਨਾ, ਸਫਲ ਮੂਰਤ ਪਰਸੋਂ ਸੰਤਨ ਕੀ, ਇਹ ਧਿਆਨਾ ਧਰਨਾ। ਕਿਉਂਕਿ ਸਿਮਰਨ ਕਰਦੇ ਹਾਂ ਅਸੀਂ, ਧਿਆਨ ਕਿਹਦਾ ਧਰਦੇ ਹਾਂ। ਦਸਮ ਪਾਤਸ਼ਾਹ ਨੂੰ ਜੇ ਪੁੱਛੀਏ ਤਾਂ ਮਹਾਰਾਜ ਕਹਿੰਦੇ ਧਿਆਨ ਧਰੋ ਤੈ ਕੋ ਜਗ ਮੈਂ, ਜੈ ਕੋ ਅਮਤੋਜ ਸਭੈ ਜਗ ਛਾਇ। ਇੱਥੇ ਪੰਚਮ ਪਾਤਸ਼ਾਹ ਕਹਿੰਦੇ ਸਾਡਾ ਧਿਆਨ ਧਰਨਾ ਕੀ ਹੈ। ਸਫਲ ਮੂਰਤ ਪਰਸੋਂ ਸੰਤਨ ਕੀ, ਜਿਹੜੇ ਤੇਰੇ ਪਿਆਰੇ ਨੇ, ਸਾਧ ਸੰਗਤ ਦੀ ਸਫਲ ਮੂਰਤ ਹੈ, ਭਾਵ ਸਫਲਤਾ ਬਖਸ਼ਣ ਵਾਲੇ ਹੈ। ਉਹਨਾਂ ਨੂੰ ਮੈਂ ਪਰਸ ਲਵਾਂ, ਭਾਵ ਉਹਨਾਂ ਦੇ ਬੋਲ ਮੇਰੇ ਹਿਰਦੇ ਨੂੰ ਛੋਹ ਜਾਣ, ਇਹ ਮੇਰਾ ਧਿਆਨ ਧਰਨਾ ਹੈ। ਭਇਓ ਕਿਰਪਾਲ ਠਾਕੁਰ ਨਾਨਕ ਕੋ, ਪਰਿਓ ਸਾਧ ਕੀ ਸ਼ਰਨਾ। ਤੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਮਾਲਕ ਸਾਡੇ ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਅਸੀਂ ਸਾਧ ਗੁਰੂ ਦੀ ਸ਼ਰਨ ਵਿੱਚ ਆ ਡਿੱਗੇ ਹਾਂ। ਇਹ ਹੀ ਸਾਡੀ ਪੂਜਾ ਅਰਚਾ ਹੈ, ਇਹ ਹੀ ਸਾਡੀ ਬੰਦਨਾ ਹੈ, ਇਹ ਹੀ ਸਾਡਾ ਧਿਆਨ ਧਰਨਾ ਹੈ ਕਿ ਸਾਧ ਸੰਗ ਵਿੱਚ ਆ ਕੇ ਜਦੋਂ ਸਾਨੂੰ ਗੁਰੂ ਦੇ ਬੋਲ ਸਾਡੇ ਹਿਰਦੇ ਨੂੰ ਛੋਹ ਜਾਂਦੇ ਨੇ। ਦਰਸ਼ਨ ਪਰਸਨ ਹਰਸਨ ਸਰਸਨ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਦੋਂ ਗੁਰੂ ਦੇ ਬੋਲ ਸਾਡੇ ਹਿਰਦੇ ਨੂੰ ਛੋਹ ਜਾਣ, ਭਾਵ ਟੱਚ ਕਰ ਜਾਣ, ਮਨ ਮਹਿਸੂਸ ਕਰ ਜਾਏ, ਇਹ ਹੀ ਸਾਡਾ ਧਿਆਨ ਧਰਨਾ ਹੈ। ਇੱਥੇ ਮਹਾਰਾਜ ਬੰਦਨਾ ਦੀ ਗੱਲ ਕਰਦੇ ਨੇ, ਅਰਚਨਾ ਦੀ ਗੱਲ ਕਰਦੇ ਨੇ, ਗੁਰੂ ਦੇ ਚਰਨਾਂ ਦੀ ਗੱਲ ਕਰਦੇ ਨੇ ਕਿ ਸਾਰੇ ਸੁੱਖ ਗੁਰੂ ਦੇ ਚਰਨਾਂ ਵਿੱਚ ਨੇ, ਗੁਰੂ ਦੇ ਮਾਰਗ ਵਿੱਚ ਨੇ। ਹਾਂਜੀ। ਦੇਵ ਗੰਧਾਰੀ ਮਹੱਲਾ ਪੰਜਵਾ, ਦੇਵ ਗੰਧਾਰੀ ਮਹੱਲਾ ਪੰਜਵਾ। ਆਪਣੇ ਹਰ ਪਹਿ ਬਿਨਤੀ ਕਹੀਐ, ਆਪਣੇ ਹਰ ਪੈ ਬਿਨਤੀ ਕਹੀਐ, ਚਾਰ ਪਦਾਰਥ ਆਨੰਦ ਮੰਗਲ ਨਿਧ, ਚਾਰ ਪਦਾਰਥ ਆਨੰਦ ਮੰਗਲ ਨਿਧ, ਸੁਖ ਸਹਿਜ ਸਿਧ ਲਹੀਐ, ਸੁਖ ਸਹਿਜ ਸਿਧ ਲਹੀਐ। ਰਹਾਓ। ਦੇਵ ਗੰਧਾਰੀ ਮਹੱਲਾ ਪੰਜਵਾ।
ਆਪਣੇ ਹਰ ਪੈ ਬਿਨਤੀ ਕਹੀਐ। ਚਾਰ ਪਦਾਰਥ ਆਨੰਦ ਮੰਗਲ ਨਿਧ, ਸੂਖ ਸਹਿਜ ਸਿੱਧ ਲਹੀਐ। ਰਹਾਉ ਦੀ ਪੰਕਤੀ ਵਿੱਚ ਮਾਰਗ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮੰਗਣ ਵਾਲਾ ਹੋਣਾ ਚਾਹੀਦਾ ਹੈ। ਸੰਸਾਰ ਮੰਗ ਰਿਹਾ, ਐਸੀ ਕੋਈ ਗੱਲ ਨਹੀਂ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇੱਥੇ ਹੁਣ ਮਹਾਰਾਜ ਸਮਝਾਉਂਦੇ ਨੇ ਕਿ ਆਪਣੇ ਹਰ ਪੈ ਬਿਨਤੀ ਕਹੀ ਹੈ। ਜੇ ਬੇਨਤੀ ਕਰਨੀ ਹੈ ਨਾ, ਜੋ ਮਨ ਕੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ। ਬੇਨਤੀ ਕਰ। ਸਿੱਖ ਕੋਲੇ ਸਭ ਤੋਂ ਵੱਡਾ ਹਥਿਆਰ ਅਰਦਾਸ ਹੈ। ਇੱਥੇ ਮਹਾਰਾਜ ਸਮਝਾਉਂਦੇ ਨੇ ਸਾਨੂੰ ਕਿ ਆਪਣੇ ਹਰ ਪੈ ਬਿਨਤੀ ਕਹੀ ਹੈ। ਬੇਨਤੀ ਕਰਕੇ ਤਾਂ ਵੇਖ, ਦੁਨੀਆ ਦੇ ਸਾਰੇ ਖਜ਼ਾਨੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ। ਮਹਾਰਾਜ ਕਹਿੰਦੇ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼। ਜੇ ਕੋਈ ਚਾਰ ਪਦਾਰਥਾਂ ਦੀ ਗੱਲ ਕਰਦਾ ਹੈ, ਕਹਿੰਦੇ ਸਾਧ ਜਨਾਂ ਕੀ ਸੇਵਾ ਲੱਗ ਹੈ। ਜੇ ਕੋਈ ਚਾਰ ਪਦਾਰਥ ਮੰਗੈ, ਸਾਧ ਜਨਾਂ ਕੀ ਸੇਵਾ ਲੱਗ ਹੈ। ਮਹਾਰਾਜ ਕਹਿੰਦੇ ਇਹ ਚਾਰ ਪਦਾਰਥ ਕਿਹੜੇ ਨੇ? ਧਰਮ ਅਰਥ ਕਾਮ ਮੋਕਸ਼। ਇਹ ਦੁਨੀਆ ਦੇ ਪਦਾਰਥ ਮੰਨੇ ਗਏ ਨੇ। ਸਭ ਤੋਂ ਉੱਤਮ ਪਦਾਰਥ ਮੰਨਿਆ ਗਿਆ ਮੁਕਤੀ, ਮੋਕਸ਼। ਪਰ ਜਦੋਂ ਗੁਰੂ ਕਾ ਸਿੱਖ ਭਗਤ ਜਨ ਪਿਆਰਾ ਉਸ ਪ੍ਰਮਾਤਮਾ ਦੇ ਨਾਲ ਜੁੜਦਾ ਹੈ, ਇਹ ਚੀਜ਼ਾਂ ਤਿਆਗ ਦਿੰਦੇ, ਉਹਦੇ ਲਈ ਤੁੱਛ ਹੋ ਜਾਂਦੀਆਂ ਨੇ। ਮੁਕਤ ਬਪਰੀ ਪੀ ਗਿਆਨੀਆਂ ਤਿਆਗੀ। ਉਦੋਂ ਗੁਰੂ ਕਾ ਸਿੱਖ ਇਹ ਗੱਲ ਕਹਿ ਦਿੰਦਾ ਹੈ ਕਿ ਰਾਜ ਨ ਚਾਹੂੰ ਮੁਕਤ ਨ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਤੇਰੇ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ ਹੈ, ਮੈਨੂੰ ਇਹ ਪਦਾਰਥ ਨਹੀਂ ਚਾਹੀਦੇ। ਕਿਉਂਕਿ ਦੁਨੀਆ ਦੌੜੀ ਫਿਰਦੀ ਇਹਨਾਂ ਚੀਜ਼ਾਂ ਦੇ ਪਿੱਛੇ। ਮਾਰੇ ਕਹਿੰਦੇ ਇਹ ਤਾਂ ਚੀਜ਼ ਤੂੰ ਇੱਕ ਵਾਰ ਬੇਨਤੀ ਤੇ ਕਰ। ਚਾਰ ਪਦਾਰਥ ਆਨੰਦ ਮੰਗਲ ਨਿਧ, ਸਾਰੇ ਆਨੰਦ ਖੁਸ਼ੀਆਂ ਨਿਧ ਖਜ਼ਾਨੇ, ਸੂਖ ਸਹਿਜ ਸਿੱਧ ਲਹੀਐ। ਕਹਿੰਦੇ ਸੁੱਖਾਂ ਸਾਰੇ ਸਹਿਜ ਅਵਸਥਾ ਸਹਿਜੇ ਹੀ ਇਹ ਕਰਾਮਾਤਾਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਤੈਨੂੰ ਕਿਤੇ ਭੱਜਣ ਦੀ ਜ਼ਰੂਰਤ ਨਹੀਂ। ਤੂੰ ਇੱਕ ਵਾਰ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਗੁਰੂ ਅੱਗੇ ਬੇਨਤੀ ਤਾਂ ਕਰ। ਇਹ ਗੱਲ ਪੰਚਮ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ। ਹਾਂਜੀ। ਮਾਨ ਤਿਆਗ ਹਰ ਚਰਨੀ ਲਾਗੋ, ਮਾਨ ਤਿਆਗ ਹਰ ਚਰਨੀ ਲਾਗੋ। ਤਿਸ ਪ੍ਰਭ ਅੰਚਲ ਗਹੀਐ, ਆਂਚ ਨ ਲਾਗੈ ਅਗਨ ਸਾਗਰ ਤੇ। ਸ਼ਰਨ ਸੁਆਮੀ ਕੀ ਅਹੀਐ। ਸੋ ਮਹਾਰਾਜ ਜੀਵਨ ਦੀ ਜਾਂਚ ਸਿਖਾਉਂਦੇ ਨੇ। ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਐ। ਮਹਾਰਾਜ ਕਹਿੰਦੇ ਆਪਣਾ ਮਾਨ ਆਪਣਾ ਹੰਕਾਰ ਛੱਡ ਕੇ ਉਸ ਹਰੀ ਦੇ ਮਾਰਗ ਤੇ ਤੁਰ ਪਾਓ। ਤਿਸ ਪ੍ਰਭ ਅੰਚਲ ਗਹੀਐ, ਉਸ ਪ੍ਰਭੂ ਦਾ ਅੰਚਲ ਪੱਲਾ ਫੜ ਲੈ। ਆਂਚ ਨ ਲਾਗੈ ਅਗਨ ਸਾਗਰ ਤੇ, ਚਰਨ ਸੁਆਮੀ ਕੀ ਅਹੀਐ। ਇਹ ਅੱਗ ਦਾ ਸਮੁੰਦਰ ਹੈ ਸੰਸਾਰ, ਜਿਹਦੇ ਵਿੱਚ ਤ੍ਰਿਸ਼ਨਾਵਾਂ ਦੀ ਅੱਗ ਹੈ, ਹਉਮੈ ਦੀ ਅੱਗ ਹੈ, ਈਰਖਾ ਦੀ ਅੱਗ ਹੈ। ਅੱਗ ਹੀ ਅੱਗ ਹੈ ਸਾਰੀ। ਕਹਿੰਦੇ ਇਸ ਅੱਗ ਸਾਗਰ ਦੇ ਵਿੱਚੋਂ, ਸੰਸਾਰ ਦੇ ਵਿੱਚੋਂ ਆਂਚ ਨ ਲਾਗੈ ਅਗਨ ਸਾਗਰ ਤੇ, ਚਰਨ ਸੁਆਮੀ ਕੀ ਅਹੀਐ। ਭਾਈ ਉਸ ਮਾਲਕ ਦੀ, ਉਸ ਪ੍ਰਭੂ ਦੀ ਸ਼ਰਨ ਪਕੜਨੀ ਚਾਹੀਦੀ ਹੈ। ਉਹਦੀ ਸ਼ਰਨ ਵਿੱਚ ਆ ਜਾ, ਤੈਨੂੰ ਇਹ ਚੀਜ਼ਾਂ ਖੋ ਨਹੀਂ ਸਕਣਗੀਆਂ। ਹਾਂਜੀ। ਕਹਿੰਦੇ ਕੋਟ ਅਪਰਾਧ ਮਹਾ ਅਕਿਰਤ ਘਣ। ਉਹ ਪ੍ਰਮਾਤਮਾ ਦਿਆਲੂ ਕਿਰਪਾਲੂ ਹੈ, ਭਾਵੇਂ ਕੋਈ ਕਰੋੜਾਂ ਹੀ ਪਾਪੀ ਕਿਉਂ ਹੋਵੇ, ਅਕਿਰਤ ਘਣ ਕਿਉਂ ਨਾ ਹੋਵੇ। ਬਹੁਰ ਬਹੁਰ ਪ੍ਰਭ ਸਹੀ ਹੈ। ਉਹ ਪ੍ਰਭੂ ਸਾਡੇ ਇਹਨਾਂ ਸਾਰਿਆਂ ਔਗਣਾਂ ਨੂੰ ਬਾਰ-ਬਾਰ ਸਹਿੰਦਾ, ਜਾਣਦਾ ਹੋਇਆਂ ਵੀ। ਕਰੁਣਾ ਮੈਂ ਪੂਰਨ ਪਰਮੇਸ਼ਰ। ਉਹ ਦਿਆਲੂ ਹੈ, ਕਿਰਪਾਲੂ ਹੈ, ਉਹ ਪਰਮੇਸ਼ਰ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਨਾਨਕ ਤੇ ਸ਼ਰਨ ਹੀ ਹੈ। ਤੇ ਪੰਚਮ ਪਾਤਸ਼ਾਹ ਮੈਂ ਕਹਿੰਦੇ ਭਾਈ ਉਹਦੀ ਸ਼ਰਨ ਵਿੱਚ ਰਹਿਣਾ ਹੀ ਬਣਦਾ। ਆਪਣੇ ਔਗਣਾਂ ਵੱਲ ਨਾ ਵੇਖ, ਉਹ ਤੇਰੇ ਗੁਨਾਹਾਂ ਵੱਲ ਨਹੀਂ ਤੱਕਦਾ, ਉਹਦੀ ਬਖਸ਼ਿਸ਼ ਵੱਲ ਵੇਖ। ਉਹ ਤੇਰੇ ਸਾਰੇ ਗੁਨਾਹਾਂ ਨੂੰ ਮਾਫ ਕਰ ਦੇਗਾ। ਇੱਕ ਵਾਰ ਉਹਦੀ ਸ਼ਰਨ ਵਿੱਚ ਜਾ ਕੇ ਤਾਂ ਵੇਖ। ਉਹਦੀ ਸ਼ਰਨ ਵਿੱਚ ਰਹਿਣਾ ਹੀ ਬਣਦਾ ਹੈ। ਭਾਵ ਆਪਣੀ ਮੈਂ ਨੂੰ ਛੱਡ, ਆਪਣੇ ਹੰਕਾਰ ਨੂੰ ਤਿਆਗ। ਤੇ ਮਹਾਰਾਜ ਇੱਥੇ ਗੱਲ ਕਰਦੇ ਨੇ ਕਿ ਆਪਣੇ ਹਰ ਪੈ ਬੇਨਤੀ ਕਹੀ ਹੈ। ਬੇਨਤੀ ਕਰ, ਉਹ ਆਪ ਹੀ ਕਿਰਪਾ ਕਰ ਦੇਗਾ। ਉਹ ਆਪ ਹੀ ਦਿਆਲੂ ਹੋ ਕੇ ਤੈਨੂੰ ਸਾਰੀਆਂ ਦਾਤਾਂ
ਬਖਸ਼ ਦੇਗਾ। मेरे राम हम बारक हर प्रभ के हैं ए आणे, हम बारक हर प्रभ के हैं ए आणे।